मूसेवाला भी इसे इसे रंजिश का शिकार होया। वो कोई बाहरों नहीं, बाहरों कोई हमलावर नहीं आए मारन वास्ते, अपने ही नौजवान ने। ये ज़मीं है वीरों की, बहादुर सूर वीरों की, जिसमें रहमत है पीर फकीरों की, फिर भी समझे नहीं ये नादां, पंजाब खतरे में है एक गहरे सदमे में है। अब हवा जुर्म की चली, एक कमरे में नफरत ही चली, मोहब्बत रही नहीं हर तरफ, इंसान को रंजिश ले चली, यही हकीकत बन गई इस सरजमी की, तभी तो कहता हूँ जनाब पंजाब खतरे में है एक गहरे सदमे में है। ਦੇ ਵਿੱਚ ਵੀ ਪੜ੍ਹਦੇ ਆ, ਸਾਨੂੰ ਹਿੰਦੀ ਪੰਜਾਬੀ ਤੇ ਇੰਗਲਿਸ਼ ਸਿਖਾਈ ਜਾਂਦੀ, ਪਰ ਇਹ ਲਾਈਨ ਕਿੱਦਾਂ ਚੇਂਜ ਹੁੰਦੀ ਆ ਕਦੋਂ ਤੁਸੀਂ ਫਾਰਸੀ ਵੱਲ ਉਰਦੂ ਵੱਲ ਆਉਂਦੇ ਹੋ, ਕਿੱਦਾਂ ਸ਼ੁਰੂਆਤ ਹੋਈ? ਜਿਹੜੇ ਉਸਤਾਦ ਨੇ ਉਹ ਲੱਭਣੇ ਵੀ ਔਖੇ ਆ, ਤੇ ਉਸਤਾਦਾਂ ਦੇ ਨਾਲ ਨਾਲ ਚੇਲੇ ਲੱਭਣੇ ਵੀ ਔਖੇ ਆ ਕਿ ਜਿਹੜੇ ਚੇਲੇ ਇਸ ਭਾਸ਼ਾ ਨੂੰ ਸਿੱਖ ਸਕਣ। ਸਕੂਲਿੰਗ ਇੱਕ ਆਮ ਸਕੂਲ ਦੇ ਵਿੱਚ ਹੀ ਹੋਈ ਹੈ, ਤੇ ਉੱਥੇ ਕੋਈ ਫਾਰਸੀ ਦਾ ਕੋਈ ਨਾਮੋ ਨਿਸ਼ਾਨ ਨਹੀਂ, ਨਾ ਹੀ ਉਰਦੂ ਦਾ ਨਾਮੋ ਨਿਸ਼ਾਨ ਹੈ। ਮਸਜਿਦ ਦੇ ਵਿੱਚ ਨਮਾਜ਼ ਵੀ ਪੜ੍ਹਦੇ ਆ, ਕਦੀ ਕੀਤਾ ਉਸ ਕਹਿ ਸਕਦੇ ਆ ਬਾਣੀ, ਉਹ ਵੀ ਬਾਣੀ ਆ ਇੱਕ ਕਹਿ ਸਕਦੇ, ਉਹਦਾ ਸੇਵਨ ਕੀਤਾ ਕਦੀ? ਜਿੱਦਾਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ, ਜਾਪ ਸਾਹਿਬ ਪੜ੍ਹਦੇ ਹਾਂ, ਤਵੈ ਪ੍ਰਸਾਦ ਸਵਈਏ, ਸੁਖਮਨੀ ਸਾਹਿਬ, ਆਨੰਦ ਸਾਹਿਬ ਪੜ੍ਹਦੇ ਹਾਂ, ਉਸੇ ਤਰ੍ਹਾਂ ਉਹਨਾਂ ਦਾ ਵੀ ਕਲਾਮ ਪੜ੍ਹਿਆ ਜਾਏ। ਸਤਿ ਸ਼੍ਰੀ ਅਕਾਲ ਦੋਸਤੋ, ਜਸ ਟੀਵੀ ਦੇ ਨਾਲ ਜੁੜੇ ਹੋ, ਮੈਂ ਸਿਮਰਦੀਪ ਸਿੰਘ। ਕਹਿੰਦੇ ਨੇ ਵਿਦਿਆ ਵਿਚਾਰੀ ਪਰਉਪਕਾਰੀ। ਗੱਲ ਕੀਤੀ ਜਾਵੇ, ਵਿਦਿਆ ਇੱਕ ਐਸਾ ਧਨ ਹੈ ਜਿੱਥੇ ਵੱਡੇ ਵੱਡੇ ਹਥਿਆਰ ਕੰਮ ਨਹੀਂ ਆਉਂਦੇ, ਉੱਥੇ ਵਿਦਿਆ ਕੰਮ ਆਉਂਦੀ ਆ। ਗੱਲ ਕੀਤੀ ਜਾਵੇ, ਇਹ ਬੋਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਕਿ ਕਹਿ ਸਕਦੇ ਆ ਕਿ ਲਾਗੂ ਹੁੰਦੇ ਆ, ਉਹਨਾਂ ਨੇ ਔਰੰਗਜ਼ੇਬ ਨੂੰ ਇੱਕ ਜਫਰਨਾਮਾ ਫਾਰਸੀ ਭਾਸ਼ਾ ਦੇ ਵਿੱਚ ਲਿਖ ਕੇ ਉਸ ਨੂੰ ਕਹਿ ਸਕਦੇ ਆ ਕਿ ਖਤਮ ਕਰ ਦਿੱਤਾ ਸੀਗਾ। ਤਾਂ ਉਹ ਭਾਸ਼ਾ ਪੁਰਾਣੇ ਸਮੇਂ ਦੀ ਲੈ ਕੇ ਜੇ ਗੱਲ ਕਰੀਏ, ਇਸ ਦੇ ਸਮੇਂ ਵਿੱਚ ਇੱਕ ਨੌਜਵਾਨ ਵੱਲੋਂ ਕਾਇਮ ਕੀਤੀ ਗਈ ਆ। ਕਹਿ ਸਕਦੇ ਆ ਕਿ ਆਪਣੇ ਗੁਰੂਆਂ ਤੋਂ, ਉਸਤਾਦਾਂ ਕੋਲੋਂ ਸਿੱਖ ਕੇ ਉਹ ਜਿਹੜੀ ਭਾਸ਼ਾ ਆ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਕਾਇਮ ਕੀਤੀ ਹੋਈ ਆ। ਨੌਜਵਾਨ ਨਾਲ ਗੱਲਬਾਤ ਕਰਦੇ ਆ, ਉਸ ਨੌਜਵਾਨ ਦਾ ਨਾਮ ਹੈ ਮਨਪ੍ਰੀਤ ਸਿੰਘ। ਤਾਂ ਸਵਾਗਤ ਕਰਦੇ ਆ ਮਨਪ੍ਰੀਤ ਸਿੰਘ ਤੁਹਾਡਾ ਜਸ ਟੀਵੀ ਚੈਨਲ ਤੇ। ਜੀ ਬਹੁਤ ਬਹੁਤ ਸ਼ੁਕਰੀਆ ਜੀ, ਤੇ ਮੈਂ ਤਹਿ ਦਿਲੋਂ ਤੋਂ ਤੁਹਾਡਾ ਸਵਾਗਤ ਕਰਦਾ। ਤੇ ਅੱਜ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਕੁਝ ਕੁ ਨਿਊਜ਼ ਚੈਨਲ ਨੇ ਜਿਹੜੇ ਇਸ ਮੁਕਾਮ 'ਤੇ ਲੱਗੇ ਹੋਏ ਆ, ਜਿਨ੍ਹਾਂ ਦੀ ਇਹੀ ਮੰਜ਼ਿਲ ਮੁਕਾਮ ਹੈ ਕਿ ਵੀ ਪੰਜਾਬ ਦੀਆਂ ਜਿਹੜੀਆਂ ਪੁਰਾਣੀਆਂ ਭਾਸ਼ਾਵਾਂ ਨੂੰ ਅਸੀਂ ਬਚਾ ਸਕੀਏ, ਤੇ ਉਸ ਦੀ ਦੇਖਭਾਲ ਲਈ ਅਸੀਂ ਖੋਜ ਕਰ ਸਕੀਏ, ਤੇ ਨੌਜਵਾਨਾਂ ਨੂੰ ਅੱਗੇ ਮੋਟੀਵੇਸ਼ਨ ਕਰ ਸਕੀਏ। ਅੱਛਾ ਮਨਪ੍ਰੀਤ, ਗੱਲ ਕਰੀਏ ਜਿਹੜੀ ਭਾਸ਼ਾ ਆ ਦੀ ਸ਼ੁਰੂਆਤ ਕਿੱਦਾਂ ਹੁੰਦੀ ਆ? ਕਿਉਂਕਿ ਗੱਲ ਕੀਤੀ ਜਾਵੇ, ਆਪਾਂ ਸ਼ੁਰੂ ਤੋਂ ਜੇ ਸਕੂਲਾਂ ਦੇ ਵਿੱਚ ਵੀ ਪੜ੍ਹਦੇ ਹਾਂ, ਸਾਨੂੰ ਹਿੰਦੀ ਪੰਜਾਬੀ ਤੇ ਇੰਗਲਿਸ਼ ਸਿਖਾਈ ਜਾਂਦੀ, ਪਰ ਇਹ ਲਾਈਨ ਕਿੱਦਾਂ ਚੇਂਜ ਹੁੰਦੀ ਆ ਕਦੋਂ ਤੁਸੀਂ ਫਾਰਸੀ ਵੱਲ ਉਰਦੂ ਵੱਲ ਆਉਂਦੇ ਹੋ, ਕਿੱਦਾਂ ਸ਼ੁਰੂਆਤ ਹੁੰਦੀ? ਇਹ ਦੇਖੋ, ਮੈਂ ਇਹ ਚੀਜ਼ ਸਮਝਦਾ, ਹਰ ਕਿਸੇ ਦਾ ਜ਼ਹਿਨ ਆਪਣਾ ਵੱਖਰਾ ਵੱਖਰਾ ਹੈ। ਕੋਈ ਚੰਗਾ ਡਾਕਟਰ ਬਣਨਾ ਚਾਹੁੰਦਾ ਹੈ, ਕੋਈ ਚੰਗਾ ਇੰਜੀਨੀਅਰ, ਚੰਗਾ ਇਲੈਕਟ੍ਰੀਸ਼ੀਅਨ ਬਣਨਾ ਚਾਹੁੰਦਾ ਹੈ, ਤੇ ਕੋਈ ਚੰਗਾ ਕਵੀ ਬਣਨਾ ਚਾਹੁੰਦਾ ਹੈ। ਭਾਸ਼ਾ ਦਾ ਜਿਹੜਾ ਖੇਤਰ ਹੈ ਉਦੋਂ ਸਿੱਖੀ ਜਾਂਦੀ ਹੈ ਜਦ ਮਨ ਦੇ ਵਿੱਚ ਥੋੜ੍ਹਾ ਜਿਹਾ ਚਾਅ ਹੋਵੇ, ਲਗਾਵ ਹੋਵੇ ਆਪਣੀ ਮਾਂ ਭੂਮੀ ਦੇ ਨਾਲ ਜੁੜਨ ਦਾ। ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੀ ਭਾਸ਼ਾ ਚੱਲਦੀ ਆ ਰਹੀ ਹੈ, ਉਹ ਜਿਹੜੀ ਅੱਜ ਲਹਿੰਦੇ ਪੰਜਾਬ ਦੀ ਹੈ, ਉਹੀ ਆਪਣੇ ਇਸ ਪੰਜਾਬ ਦੀ ਹੈ, ਚੜ੍ਹਦੇ ਪੰਜਾਬ ਦੀ। ਕੋਈ ਫਰਕ ਨਹੀਂ, ਸਿਰਫ ਸੋਚ ਦਾ ਫਰਕ ਹੈ। ਉਹੀ ਜਿਹੜੀ ਭਾਸ਼ਾ ਜਿਹੜੀ ਸ਼ੁਰੂ ਹੁੰਦੀ ਹੈ ਹਰ ਕਿਸੇ ਇਨਸਾਨ ਦੇ ਵਿੱਚ, ਉਹ ਇੱਕ ਚਾਹਤ ਹੁੰਦੀ ਹੈ ਭਾਸ਼ਾ ਦੀ, ਤੇ ਫਿਰ ਭਾਸ਼ਾ ਨੂੰ ਸਿੱਖਿਆ ਜਾਂਦਾ। ਤੇ ਕੋਈ ਚੰਗਾ ਉਸਤਾਦ ਵੀ ਹੋਵੇ ਸੁਣਾਉਣ ਵਾਲਾ, ਕੋਈ ਸਿਖਾਉਣ ਵਾਲਾ। ਕਿਉਂਕਿ ਪੁਰਾਣੇ ਸਮਿਆਂ ਦੇ ਤਾਂ ਉਸਤਾਦ ਬੜੇ ਕਾਮਲ ਆਲਮ ਫਾਜ਼ਲ ਹੁੰਦੇ ਸੀ, ਬਟ ਹੁਣ ਜਿਹੜੇ ਉਸਤਾਦ ਨੇ ਉਹ ਲੱਭਣੇ ਵੀ ਔਖੇ ਆ, ਤੇ ਉਸਤਾਦਾਂ ਦੇ ਨਾਲ ਨਾਲ ਚੇਲੇ ਲੱਭਣੇ ਵੀ ਔਖੇ ਆ ਕਿ ਜਿਹੜੇ ਚੇਲੇ ਇਸ ਭਾਸ਼ਾ ਨੂੰ ਸਿੱਖ ਸਕਣ। ਮਨਪ੍ਰੀਤ, ਇੱਥੇ ਮੈਂ ਕੀ ਸਮਝਾਂ ਕਿ ਤੁਹਾਡੀ ਸਕੂਲਿੰਗ ਉਸਾਂ ਸਕੂਲਾਂ ਵਿੱਚ ਹੋਈ ਆ ਜਿੱਥੇ ਫਾਰਸੀ ਸਿਖਾਈ ਜਾਂਦੀ ਸੀ, ਜਾਂ ਇਹ ਤੁਸੀਂ ਅਲੱਗ ਕੋਈ ਟੀਚਰਸ ਕਹਿ ਸਕਦੇ ਹਾਂ ਹਾਇਰ ਕੀਤੇ ਸੀ ਕਿ ਮੈਂ ਇਹ ਭਾਸ਼ਾ ਸਿੱਖਣੀ ਹੈ? ਤੇ ਸਭ ਤੋਂ ਵੱਡਾ ਕਾਰਨ ਅਸੀਂ ਜਾਣਾਂਗੇ ਕਿ ਇਹ ਭਾਸ਼ਾ ਸਿੱਖਣ ਦਾ ਕੀ ਸੀਗਾ। ਦੇਖੋ ਜੀ, ਜਿੱਥੇ ਆਮ ਲੋਕ ਸਕੂਲਿੰਗ ਕਰਦੇ, ਆਮ ਬੱਚੇ ਜਾਂਦੇ ਆ, ਉਸੇ ਤਰ੍ਹਾਂ ਮੇਰੀ ਵੀ ਸਕੂਲਿੰਗ ਇੱਕ ਆਮ ਸਕੂਲ ਦੇ ਵਿੱਚ ਹੀ ਹੋਈ ਹੈ।
ਤੇ ਉੱਥੇ ਕੋਈ ਫਾਰਸੀ ਦਾ ਕੋਈ ਨਾਮੋ ਨਿਸ਼ਾਨ ਨਹੀਂ, ਨਾ ਹੀ ਉਰਦੂ ਦਾ ਨਾਮੋ ਨਿਸ਼ਾਨ ਹੈ। ਸਿਰਫ ਅੱਜ ਜਿਹੜੇ ਸਕੂਲਾਂ 'ਚ ਪੜ੍ਹਾਈ ਜਾਂਦੀ ਲੈਂਗੁਏਜ ਜਿਹੜੀ ਉਹ ਇੰਗਲਿਸ਼ ਹੈ। ਤੇ ਥੋੜ੍ਹਾ ਥੋੜ੍ਹਾ ਖੇਤਰ ਜਿਹੜੀ ਆਪਣੀ ਮਾਤ ਭਾਸ਼ਾ ਪੰਜਾਬੀ ਵੀ ਹੈ ਉਹ ਵੀ ਠੀਕ ਹੈ। ਸਾਡੇ ਸਮਿਆਂ 'ਚ ਜ਼ਿਆਦਾ ਉਹਦਾ ਜ਼ੋਰ ਹੁੰਦਾ ਹੈ, ਪਰ ਹੁਣ ਉਹ ਵੀ ਘਟਦਾ ਜਾ ਰਿਹਾ। ਥੋੜ੍ਹਾ ਜਿਹਾ ਵੈਸਟਰਨ ਕਲਚਰ ਆ ਰਿਹਾ, ਤਾਂ ਕਿ ਹੁਣ ਪਿੱਛੇ ਜੇ ਤੁਸੀਂ ਦੇਖੋ ਕਿ CM ਸਾਹਿਬ ਨੇ ਇਹੀ ਅਨਾਊਂਸ ਕੀਤਾ ਕਿ ਹਰ ਕਿਸੇ ਖੇਤਰ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਆਪਣੀ ਮਾਤ ਭਾਸ਼ਾ ਲਿਖਣ ਦੀ ਜ਼ਰੂਰਤ ਹੈ। ਸਾਨੂੰ ਇਸ ਚੀਜ਼ ਦੀ ਲੋੜ ਹੈ ਅੱਜ। ਸੋ ਇਸ ਕਰਕੇ ਜਿਹੜੀ ਇਹ ਭਾਸ਼ਾ ਜਿਹੜੀ ਹੈ ਮੈਂ ਕੋਈ ਸਕੂਲ ਤੋਂ ਨਹੀਂ ਸਿੱਖੀ, ਆਮ ਸਿੱਖਿਆ ਹੀ ਪ੍ਰਾਪਤ ਕੀਤੀ ਸੀ। ਅਤੇ ਬਾਅਦ ਵਿੱਚ ਜਿਹੜੇ ਸਾਡੇ ਨਾਨਾ ਜੀ ਨੇ ਉਹ ਪਿੱਛੋਂ ਕਾਫੀ ਉਹਨਾਂ ਦੀ ਬੈਕਗਰਾਊਂਡ ਸ਼ਿਵ ਕੁਮਾਰ ਬਟਾਲਵੀ ਦੇ ਨਾਲ ਚੰਗੇ ਰਿਲੇਸ਼ਨ ਸੀ। ਨਾਨਕ ਸਿੰਘ ਜੋ ਨਾਵਲਿਸਟ ਹੋਏ ਨੇ, ਅੰਮ੍ਰਿਤਾ ਪ੍ਰੀਤਮ, ਵੱਡੇ ਵੱਡੇ ਫਨਕਾਰਾਂ ਦੇ ਨਾਲ ਬੈਠਣਾ ਉੱਠਾ, ਕਿਉਂਕਿ ਉਹਨਾਂ ਦੀ ਆਪਣੀ ਪ੍ਰੈਸ ਚੱਲਦੀ ਸੀ। ਅਤੇ ਕੁਝ ਉਹਨਾਂ ਤੋਂ ਆਪਾਂ ਨੂੰ ਮੋਟੀਵੇਸ਼ਨ ਮਿਲੀ ਕਿ ਅਸੀਂ ਆਪਣੀ ਭਾਸ਼ਾ ਜਿਹੜੀ ਅਸੀਂ ਛੱਡ ਚੁੱਕੇ ਹਾਂ, ਜਿਹੜੀ ਭਾਸ਼ਾ ਸਾਡੇ ਗੁਰੂਆਂ ਨੇ ਗੁਰਬਾਣੀ ਦੇ ਵਿੱਚ ਲਿਖੀ, ਜਿਹੜੀ ਭਾਸ਼ਾ ਦੇ ਨਾਲ ਔਰੰਗਜ਼ੇਬ ਦਾ ਸੀਨਾ ਚੀਰ ਦਿੱਤਾ ਗਿਆ, ਜਿਹੜੀ ਭਾਸ਼ਾ ਔਰੰਗਜ਼ੇਬ ਨੇ ਪੜ੍ਹੀ, ਕਿਉਂਕਿ ਦੁਸ਼ਮਣ ਨੂੰ ਸਮਝਾਉਣ ਦੇ ਲਈ ਉਸੇ ਭਾਸ਼ਾ ਦੇ ਵਿੱਚ ਉਹਨੂੰ ਜਵਾਬ ਦੇਣਾ ਚਾਹੀਦਾ। ਉਹੀ ਕਲਗੀਧਰ ਪਾਤਸ਼ਾਹ ਨੇ ਕੀਤਾ, ਫਾਰਸੀ ਦੇ ਵਿੱਚ ਜ਼ਫਰਨਾਮਾ ਲਿਖ ਕੇ ਉਸ ਦਾ ਸੀਨਾ ਛੱਲੀ ਛੱਲੀ ਕਰ ਦਿੱਤਾ। ਉਸ ਨੂੰ ਉਸਨੇ ਜ਼ੁਲਮਾਂ ਦੀ ਯਾਦ ਕਰਾਈ ਕਲਗੀਧਰ ਪਾਤਸ਼ਾਹ ਨੇ। ਅਤੇ ਮੇਰਾ ਇਹ ਫਰਜ਼ ਸੀ ਕਿ ਜਿਹੜੀ ਭਾਸ਼ਾ ਮੇਰੇ ਗੁਰੂ ਸਾਹਿਬਾਂ ਨੇ ਲਿਖੀ ਹੈ ਉਸ ਭਾਸ਼ਾ ਦੀ ਖੋਜ ਕਰੀਏ, ਭਾਲ ਕਰੀਏ ਅਤੇ ਕਿਤੋਂ ਜਾ ਕੇ ਸਿੱਖਿਆ ਪ੍ਰਾਪਤ ਕਰੀਏ। ਸੋ ਮੇਰਾ ਇਹੀ ਸੀ ਕਿ ਵੀ ਉਸ ਦੀ ਸਿੱਖਿਆ ਦੇ ਲਈ ਮੈਂ ਮਸਜਿਦ ਦੇ ਵਿੱਚ, ਜੋ ਕਿ ਮੇਰੇ ਉਹਨਾਂ ਦੇ ਨਾਲ ਕਾਫੀ ਪਹਿਲਾਂ ਤੋਂ ਰਿਲੇਸ਼ਨ ਸੀ, ਅਤੇ ਉਹਨਾਂ ਦੇ ਕੋਲ ਜਾ ਕੇ ਮੇਰੇ ਉਸਤਾਦ ਮੁਫਤੀ ਮਿਰਸ਼ਾਦ ਆਲਮ, ਉਹਨਾਂ ਤੋਂ ਜਾ ਕੇ ਮੈਂ ਭਾਸ਼ਾ ਦੀ ਸ਼ੁਰੂਆਤ ਕੀਤੀ। ਉਹਨਾਂ ਦੇ ਨਾਲ ਬੈਠਣਾ ਕੀਤਾ, ਉਹਨਾਂ ਦੇ ਨਾਲ ਗੱਲਬਾਤ ਕੀਤੀ, ਅਤੇ ਆਪਣਾ ਜਿਹੜਾ ਰੁਝਾਨ ਸੀ ਉਹਦੇ ਵਿੱਚ ਮੈਂ ਸ਼ਾਮਲ ਕੀਤਾ। ਅਤੇ ਬਸ ਇਹੀ ਮੇਰਾ ਰੁਝਾਨ ਸੀ। ਮੈਂ ਉਹ ਭਾਸ਼ਾ ਮਸਜਿਦ ਦੇ ਵਿੱਚ ਜਾ ਕੇ ਪ੍ਰਾਪਤ ਕੀਤੀ, ਜੋ ਉਰਦੂ ਦਾ ਇਲਮ ਹੈ। ਅੱਛਾ, ਗੱਲ ਕੀਤੀ ਜਾਵੇ ਮਸਜਿਦ ਦੇ ਵਿੱਚ ਨਮਾਜ਼ ਵੀ ਪੜ੍ਹਦੇ ਆ, ਕਦੀ ਕੀਤਾ ਉਸ ਕਹਿ ਸਕਦੇ ਆ ਬਾਣੀ, ਉਹ ਵੀ ਬਾਣੀ ਆ ਇੱਕ ਕਹਿ ਸਕਦੇ, ਉਹਦਾ ਸੇਵਨ ਕੀਤਾ ਕਦੀ? ਜੀ ਮਸਜਿਦ ਦੇ ਵਿੱਚ ਜਦ ਅਸੀਂ ਗਏ ਹਾਂ ਅਤੇ ਮੁਫਤੀ ਸਾਹਿਬ ਨੇ ਸਭ ਤੋਂ ਪਹਿਲਾਂ ਅਰਬੀ ਦਾ ਕਾਇਦਾ ਪੜ੍ਹਾਇਆ ਸਾਨੂੰ, ਕਿਉਂਕਿ ਮਸਜਿਦ ਦੇ ਵਿੱਚ ਕੋਈ ਵੀ ਜਾਵੇ ਉਸ ਨੂੰ ਆਪਣੀ ਧਰਮ ਦੀ ਸਿਕਸ਼ਾ ਜਿਹੜੇ ਇਸਲਾਮੀ ਲੋਕ ਨੇ, ਮੁਸਲਮਾਨ ਨੇ, ਉਹ ਦਿੰਦੇ ਨੇ। ਉਹ ਕੁਝ ਸਾਡੀ ਵੀ ਇੱਛਾ ਹੋਣੀ ਚਾਹੀਦੀ ਹੈ। ਅਤੇ ਉੱਥੇ ਫਿਰ ਜਦ ਬੱਚੇ ਪੜ੍ਹਦੇ ਸੀ, ਅਤੇ ਬੱਚੇ ਜਦ ਪੜ੍ਹਦੇ ਅਤੇ ਮੇਰਾ ਰੁਝਾਨ ਹੋਇਆ ਕਿ ਜਿੱਦਾਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ, ਜਾਪ ਸਾਹਿਬ ਪੜ੍ਹਦੇ ਹਾਂ, ਤਵੈ ਪ੍ਰਸਾਦ ਸਵਈਏ, ਸੁਖਮਨੀ ਸਾਹਿਬ, ਆਨੰਦ ਸਾਹਿਬ ਪੜ੍ਹਦੇ ਹਾਂ, ਉਸੇ ਤਰ੍ਹਾਂ ਉਹਨਾਂ ਦਾ ਵੀ ਕਲਾਮ ਪੜ੍ਹਿਆ ਜਾਏ। ਉਹ ਵੀ ਇੱਕ ਬਾਣੀ ਹੈ, ਜਿਸ ਤਰ੍ਹਾਂ ਸਾਡੀ ਬਾਣੀ ਹੈ, ਉਸੇ ਤਰ੍ਹਾਂ ਉਹ ਮੁਹੰਮਦ ਸਾਹਿਬ ਨੇ ਆਪਣੇ ਮੁਖ ਤੋਂ ਉਚਾਰੀ ਹੈ। ਅਤੇ ਉੱਥੇ ਫਿਰ ਥੋੜ੍ਹਾ ਪਹਿਲਾਂ ਅਰਬੀ ਦੀ ਸ਼ੁਰੂਆਤ ਹੋਈ ਹੈ ਜੀ, ਅਤੇ ਪਹਿਲਾਂ ਅਰਬੀ ਦਾ ਕਾਇਦਾ ਪੜ੍ਹਾਇਆ। ਉਹਦੇ ਵਿੱਚ ਹੀ ਸਾਰੀਆਂ ਹਕੀਕਤਾਂ ਆਉਂਦੀਆਂ ਸੀ, ਸਾਰਾ ਕਲਾਮ ਆਉਂਦਾ ਸੀ ਜੋ ਮੁਹੰਮਦ ਸਾਹਿਬ ਨੇ ਲਿਖਿਆ। ਅਤੇ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਪੜ੍ਹਾਇਆ ਕਿ ਕਿਉਂਕਿ ਉੱਥੇ ਜਦ ਵੀ ਕੋਈ ਕਿਤਾਬ ਪੜ੍ਹੀ ਉਹ ਬਿਸਮਿਲ੍ਲਾ ਕਰਦੇ ਨੇ, ਕਿ ਜਿਵੇਂ ਅਸੀਂ ਕਹਿੰਦੇ ਹਾਂ ਸਭ ਤੋਂ ਪਹਿਲਾਂ ਮੰਗਲਾ ਚਰਨ ਲਾਉਂਦੇ ਹਾਂ, ਕਿ ਜਿਵੇਂ ਸਤਨਾਮ ਵਾਹਿਗੁਰੂ ਲਾਉਂਦੇ ਹਾਂ, ਗੁਰਪ੍ਰਸਾਦ ਤੱਕ ਮੰਗਲਾ ਚਰਨ ਹੈ, ਸਤਿਗੁਰ ਪ੍ਰਸਾਦ ਹੈ। ਉਹ ਜੋ ਵੀ ਕਿਤਾਬ ਪੜ੍ਹਦੇ ਨੇ ਉਹ ਕਹਿੰਦੇ ਨੇ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ, ਆਊਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ, ਅਲਹਮਦੁਲਿੱਲਾਹਿ ਰੱਬਿਲ ਆਲਮੀਨ। ਉਹ ਇਸ ਤਰ੍ਹਾਂ ਉਹਨਾਂ ਦਾ ਮੰਗਲਾ ਚਰਨ ਆਪਣਾ ਹੈ। ਅਤੇ ਇਹ ਮੈਂ ਜਦ ਇਹ ਚੀਜ਼ ਸੁਣੀ ਅਤੇ ਮੇਰੇ ਕੰਨਾਂ ਨੂੰ ਬੜੀ ਚਾਹਤ ਪੈਦਾ ਹੋਈ ਕਿ ਦੇਖੋ ਕਿੱਡੀ ਕਮਾਲ ਦੀ ਭਾਸ਼ਾ ਹੈ, ਅਤੇ ਸਾਡੇ ਗੁਰੂ ਸਾਹਿਬਾਂ ਨੇ ਇਹੀ ਭਾਸ਼ਾ ਦੇ ਵਿੱਚ ਗੁਰਬਾਣੀ ਅੰਕਿਤ ਕੀਤੀ ਹੈ। ਅਤੇ ਸਾਨੂੰ ਹਰ ਕਿਸੇ ਸਿੱਖ ਦਾ ਇਹੀ ਫਰਜ਼ ਬਣਦਾ ਕਿ ਜਿਹੜੀ ਜ਼ੁਬਾਨ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਵਰਤੀ ਹੈ ਉਸ ਭਾਸ਼ਾ ਨੂੰ ਸਿੱਖਣਾ ਸਾਡਾ ਫਰਜ਼ ਹੈ, ਆਪਣੇ ਖਿੱਤੇ ਦੇ ਨਾਲ ਜੁੜਨਾ ਫਰਜ਼ ਹੈ। ਸੋ ਇਸ ਕਰਕੇ ਉੱਥੇ ਫਿਰ ਮੇਰੇ ਉਸਤਾਦ ਨੇ ਸਭ ਤੋਂ ਪਹਿਲਾਂ ਕੁਰਾਨ ਸ਼ਰੀਫ, ਮੁਕੱਦਸ ਕੁਰਾਨ, ਪਾਕ ਕੁਰਾਨ, ਜਿਤਨੇ ਵੀ ਉਸ ਨੂੰ ਸ਼ਬਦ ਉਸ ਨੂੰ ਪਾਕ ਕਹੇ ਜਾਣ ਉਨੇ ਹੀ ਥੋੜ੍ਹੇ ਆ, ਕਿਉਂਕਿ ਬਹੁਤ ਸਤਿਕਾਰਯੋਗ ਹੈ ਉਹਨਾਂ ਦੀ ਕੁਰਾਨ ਸ਼ਰੀਫ। ਮੈਂ ਖੁਦ ਪੜ੍ਹੀ ਹੈ, ਖੁਦ ਮੈਂ ਦਰਸ਼ਨ ਕੀਤੇ ਨੇ, ਜਿਸ ਤਰ੍ਹਾਂ ਆਪਣੀ ਬਾਣੀ ਦੇ ਦਰਸ਼ਨ ਕੀਤੇ ਉਸੇ ਹਿਸਾਬ ਨਾਲ ਹੀ ਮੈਂ ਕੁਰਾਨ ਸ਼ਰੀਫ ਨੂੰ ਓਨਾ ਹੀ ਸਤਿਕਾਰ ਦਿੱਤਾ। ਅੱਛਾ ਮਨਪ੍ਰੀਤ, ਇੱਥੇ ਮੈਂ ਸਮਝਾਂ ਜੇਕਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਸ ਟਾਈਮ ਤੇ ਫਾਰਸੀ ਦੇ ਵਿੱਚ ਦੁਸ਼ਮਣਾਂ ਨੂੰ ਜਵਾਬ ਦਿੱਤਾ, ਮੈਂ ਜੇ ਸਮਝਦਾ ਕਿ ਉਸ ਟਾਈਮ ਤੇ ਜੇ ਗੁਰੂ ਮਹਾਰਾਜ ਨੂੰ ਫਾਰਸੀ ਨਾ ਆਉਂਦੀ ਹੁੰਦੀ ਸ਼ਾਇਦ ਕਹਿ ਸਕਦੇ ਹਾਂ ਕਿ ਉਹਨੂੰ ਨਹੀਂ ਹਰਾਇਆ ਜਾ ਸਕਦਾ ਸੀਗਾ। ਦੇਖੋ ਜੀ, ਪਹਿਲੇ ਵਾਲੇ ਜਿਹੜੇ, ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ, ਕੱਲਾ ਵਾਗੇ ਤੱਕ ਸੀਮਤ ਨਹੀਂ ਸੀ। ਸਾਰਾ ਪੰਜਾਬ, ਕਾਬਲ, ਕੰਧਾਰ, ਅਫਗਾਨਿਸਤਾਨ,
ਹੋਰ ਉਸ ਤੋਂ ਅੱਗੇ ਜਿੰਨੇ ਇਸਲਾਮ ਦੇ ਖੇਤਰ ਦੇ ਵਿੱਚ ਆਉਂਦੇ ਸੀ ਇਲਾਕੇ, ਜਿਹੜੇ ਹਰੀ ਸਿੰਘ ਨਲੂਆ ਸਾਹਿਬ ਨੇ ਜਿੱਤੇ ਆ, ਤੇ ਉਹ ਤਾਂ ਚਲੋ ਬਾਅਦ ਦੀ ਗੱਲ ਆ। ਉਸ ਤੋਂ ਪਹਿਲਾਂ ਦੀ ਗੁਰੂ ਨਾਨਕ ਸਾਹਿਬ ਦੇਖੋ, ਉਧਰਲੇ ਪਾਸੇ ਉਹਨਾਂ ਦਾ ਪ੍ਰਕਾਸ਼ ਹੋਇਆ, ਪਹਿਲੀ ਜੋਤ ਜਿਹੜੀ ਨਨਕਾਣਾ ਸਾਹਿਬ, ਜਿਹੜਾ ਅੱਜ ਉਧਰ ਰਹਿ ਗਿਆ। ਤੇ ਇਹ ਭਾਸ਼ਾ ਪਹਿਲਾਂ ਸਾਰਿਆਂ ਦੀ ਸਾਂਝੀ ਸੀ, ਇਹ ਨਹੀਂ ਕਿ ਵੀ ਔਰੰਗਜ਼ੇਬ ਇਸਲਾਮ ਦੀ ਸਾਂਝੀ ਸੀ। ਔਰੰਗਜ਼ੇਬ ਤਾਂ ਜਿਹੜੇ ਬਾਬਰ ਦੀ ਪੀੜ੍ਹੀ ਚੱਲੀ ਉਹ ਤਾਂ ਉਧਰੋਂ ਆਏ, ਕਾਬਲ ਵਾਲੇ ਪਾਸਿਓਂ। ਤੇ ਇਹ ਜਿਹੜੀ ਭਾਸ਼ਾ ਤਾਂ ਪਹਿਲਾਂ ਲੋਕਾਂ ਦੀ ਆਮ ਜ਼ੁਬਾਨੀ ਸੀ। ਤੁਸੀਂ ਅੱਜ ਵੀ ਪੁਰਾਣੇ ਦਸਤਾਵੇਜ਼ ਦੇਖੋ, ਉਹਦੇ ਵਿੱਚ ਉਰਦੂ ਫਾਰਸੀ ਦੇ ਵਿੱਚ ਸਾਰਾ ਕੁਝ ਲਿਖਿਆ, ਰਜਿਸਟਰੀਆਂ ਲਿਖੀਆਂ, ਉਹਦੇ ਵਿੱਚ ਸ਼ਿਕਸਤੇ ਲਿਖੇ ਹੈ ਸਾਰੇ, ਕਿਉਂਕਿ ਉਹ ਜਿਹੜੀ ਜ਼ਬਾਨ ਹੈ ਹਰ ਕਿਸੇ ਆਮ ਇਨਸਾਨ ਦੀ ਮਾਤ ਭਾਸ਼ਾ ਅਸੀਂ ਕਹਿ ਸਕਦੇ ਹਾਂ। ਤੇ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਗੱਲ ਲਾਜ਼ਮ ਕੀਤੀ, ਕਿਉਂਕਿ ਔਰੰਗਜ਼ੇਬ ਜਿਹੜਾ ਸੀ ਬੜਾ ਤਗੜਾ ਸ਼ਾਇਰ ਸੀ। ਉਹ ਵੀ, ਜੇਕਰ ਇਸ ਗੱਲ ਨੂੰ ਵੀ ਲੈ ਕੇ ਚੱਲੀਏ, ਔਰੰਗਜ਼ੇਬ ਵੀ ਸ਼ਾਇਰ ਸੀ, ਉਹਦੇ ਵੀ ਕੁਝ ਸ਼ਾਇਰ ਨੇ। ਜਹਾਂਗੀਰ ਵੀ ਇੱਕ ਬਹੁਤ ਆਲਾ ਆਲਮ ਫਾਜ਼ਲ ਸੀ ਸ਼ਾਇਰੀ ਦਾ। ਤੇ ਇਸ ਕਰਕੇ ਇੱਕ ਅਸੀਂ ਕਹਿ ਰਹੀਏ ਜ਼ੁਲਮ ਨੂੰ ਸਮਝਾਉਣ ਵਾਸਤੇ ਜਿਹੜੀ ਭਾਸ਼ਾ 'ਚ ਉਹ ਸਮਝਣਾ ਚਾਹੁੰਦਾ ਸੀ, ਕਲਗੀਧਰ ਪਾਤਸ਼ਾਹ ਨੇ ਉਸੇ ਭਾਸ਼ਾ 'ਚ ਸਮਝਾਇਆ, ਚਾਹੇ ਉਹ ਫਾਰਸੀ ਸੀ, ਚਾਹੇ ਉਹ ਅਰਬੀ ਸੀ, ਚਾਹੇ ਉਹ ਉਰਦੂ ਸੀ। ਤੇ ਇਹੀ ਮੇਨ ਕਾਰਨ ਸੀ। ਗੱਲ ਕੀਤੀ ਜਾਵੇ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ, ਤੁਸੀਂ ਕੁਝ ਲਿਖਿਆ ਸੀ ਫਾਰਸੀ ਦੇ ਵਿੱਚ, ਉਹ ਆਪਾਂ ਦਰਸ਼ਕਾਂ ਨੂੰ ਜ਼ਰੂਰ ਸੁਣਾਉਣਾ ਚਾਹਾਂਗੇ ਜੀ। ਮੈਂ ਇਸ ਗੱਲ ਨੂੰ ਇਸ ਚੀਜ਼ ਦਾ ਮੈਂ ਨਾਂ ਦਿੱਤਾ ਕਿ ਜਿਹੜਾ ਸਾਡਾ ਪਿਛਲਾ ਪੰਜਾਬ ਸੀ, ਲਹਿੰਦਾ ਪੰਜਾਬ, ਤੇ ਚਲੋ ਉੱਧਰ ਰਹਿ ਗਿਆ ਕੁਝ ਕੁ ਕਾਰਨਾਂ ਕਰਕੇ। ਤੇ ਜਿਹੜਾ ਪਹਿਲੇ ਪੰਜਾਬ ਸੀ ਬੜਾ ਖੁਸ਼ਹਾਲ ਸੀ, ਹੱਸਦਾ ਖੇਡਦਾ ਸੀ, ਹਰ ਕੋਈ ਸੱਭਿਆਚਾਰ ਉਹਦੇ ਵਿੱਚ, ਹਰ ਕੋਈ ਰੰਗ ਸੀ, ਢੰਗ ਸੀ। ਤੇ ਉਸ 'ਤੇ ਮੈਂ ਇੱਕ ਰੁਬਾਈ ਲਿਖੀ ਹੈ, ਜਿਹਦੇ ਵਿੱਚ 5 ਕੁ ਸ਼ੇਰ ਨੇ, 5 ਕੁ ਮਿਸਰੇ ਨੇ। ਮੈਂ ਥੋੜ੍ਹੀ ਜਿਹੀ ਇਹ ਰੁਬਾਈ ਮੈਂ ਦਰਸ਼ਕਾਂ ਨੂੰ ਸੁਣਾਉਣਾ ਚਾਹਾਂਗਾ। ਰੁਬਾਈ ਨੂੰ ਜੇ ਆਪਾਂ ਪੰਜਾਬੀ ਦੇ ਵਿੱਚ ਬੋਲਣਾ ਹੋਵੇ ਕੀ ਬੋਲਾਂਗੇ? ਰੁਬਾਈ ਨੂੰ ਰੁਬਾਈ ਬੋਲਾਂਗੇ ਜੀ, ਕਿਉਂਕਿ ਭਾਈ ਵੀਰ ਸਿੰਘ ਜੀ ਨੇ ਰੁਬਾਈ ਆਖਿਆ। ਤੇ ਵੈਸੇ ਉਰਦੂ 'ਚ ਗੱਲ ਕਰੀਏ ਉਸ ਨੂੰ ਸ਼ੇਰ ਵੀ ਕਹਿ ਦਿੰਦੇ, ਕਿਉਂਕਿ ਰੁਬਾਈ ਦੋ ਸ਼ੇਰਾਂ ਦੇ ਨਾਲ ਇੱਕ ਰੁਬਾਈ ਬਣਦੀ ਹੈ, ਕਿਉਂਕਿ ਉਹਦੇ ਵਿੱਚ ਜਦ 2 ਸ਼ੇਰ ਐਡ ਹੁੰਦੇ ਆ ਤੇ ਫਿਰ 4 ਲਾਈਨਾਂ ਬਣਦੀਆਂ ਨੇ। ਉਹਦਾ ਕਾਫੀਆ ਹਰਦੀਪ ਉਸ ਨੂੰ ਰੁਬਾਈ ਹੀ ਆਖਿਆ। ਰੁਬਾਈ ਇੱਕ ਪੰਜਾਬੀ ਦਾ ਵੀ ਲਫ਼ਜ਼ ਹੈ, ਉਰਦੂ ਦਾ ਵੀ ਲਫ਼ਜ਼ ਹੈ। ਜੋ ਲਾਈਨਾਂ ਲਿਖੀਆਂ ਸੁਣਾਓ ਤੁਸੀਂ। ਤੇ ਉਹ ਮੈਂ ਪਿਛਲੇ ਹਾਲਾਤਾਂ ਤੇ ਪਾਸਟ ਨੂੰ ਲੈ ਕੇ ਤੇ ਪ੍ਰੈਜ਼ੈਂਟ ਨੂੰ ਲੈ ਕੇ ਕੀਤਾ, ਕਿ ਉਹਦਾ ਟਾਈਟਲ ਇਹ ਰੱਖਿਆ, पंजाब खतरे में है एक गहरे सदमे में है। कि ये मैं इस करके लिखिया क्योंकि पहले वाले पंजाब दियां मैं कुछ को लाइनां अर्ज करना चाहांगा। ये ज़मीं है वीरों की, बहादुर शूर वीरों की, जिसमें रहमत है पीर फ़कीरों की, फिर भी समझे नहीं ये नादां, पंजाब खतरे में है एक गहरे सदमे में है। तो अगे मैं कुछ लिखा सी कि जिस तरह हुण बड़ा ਸਾਰੇ ਪਾਸੇ, ਕਿਉਂਕਿ ਆਪਣੇ ਪੰਜਾਬ ਦੇ ਵੀਰ ਨੇ ਇੱਕ ਦੂਜੇ ਤੇ ਜ਼ੁਲਮ ਢਾ ਰਹੇ ਨੇ। ਪਿੱਛੇ ਜੇ ਅਸੀਂ ਦੇਖਿਆ ਕਿ ਸਿੱਧੂ ਮੂਸੇਵਾਲਾ ਵੀ ਇਸੇ ਰੰਜਿਸ਼ ਦਾ ਸ਼ਿਕਾਰ ਹੋਇਆ। ਤੇ ਉਸ ਚੀਜ਼ ਦਾ ਵੀ ਸਾਨੂੰ ਬੜਾ ਘਾਟਾ, ਕਿਉਂਕਿ ਸਾਡੇ ਪੰਜਾਬ ਦੇ ਨੌਜਵਾਨ ਨੇ, ਉਹ ਕੋਈ ਬਾਹਰੋਂ ਨਹੀਂ, ਬਾਹਰੋਂ ਕੋਈ ਹਮਲਾਵਰ ਨਹੀਂ ਆਏ ਮਾਰਨ ਵਾਸਤੇ, ਆਪਣੇ ਨੌਜਵਾਨ ਨੇ। ਸੋ ਇਸ ਕਰਕੇ ਮੈਂ ਉਸ 'ਤੇ ਇੱਕ ਲਿਖੀ ਸੀ ਕਿ ਅਬ ਹਵਾ ਜ਼ੁਰਮ ਕੀ ਚਲੀ, एक कमरे में नफ़रत ही चली, मोहब्बत रही नहीं हर तरफ, इंसान को रंजिश ले चली, यही हकीकत बन गई इस सरज़मी की, तभी तो कहता हूँ जनाब पंजाब खतरे में है एक गहरे सदमे में है। सो यही हालात ने, ते अगों जेकर ये हालात सुधर जान ਤੇ ਪੰਜਾਬ ਕਿੱਦਾਂ ਦਾ ਹੋਏਗਾ, ਉਹ ਵੀ ਮੈਂ ਕੁਝ ਕੁ ਲੈਣਾ ਤੁਹਾਨੂੰ ਸੁਣਾ ਦਿਆਂ ਕਿ ਜੇਕਰ ਪੰਜਾਬ ਅੱਗੋਂ ਖੁਸ਼ਹਾਲ ਹੋਣਾ ਚਾਹੇ ਤੇ ਫਿਰ ਕਿੱਦਾਂ ਦਾ ਹੋਏਗਾ। फिर लगेंगे मेले यहाँ, फिर लगेंगे मेले यहाँ, हीर रांझे के होंगे किस्से यहाँ, हीर रांझे के होंगे किस्से यहाँ, वही सरवन जैसे पैदा होंगे यहाँ, फिर दौर आएगा यहाँ, हर कोई खुश होगा आबाद होगा, हर रगों में खून ज़मीरों का होगा, तभी तो कहता हूँ जनाब ये तभी पंजाब होगा, ये तभी पंजाब होगा, ये वही पंजाब होगा जो पहले था। गल की जाए मैं पिछले पंजाब ते होना है ना, पंजाब 5 दरियावां दी धरती है, बड़ी पवित्र धरती है, बड़े कह सकते हैं शहीदां ने खून डोलिया। पर हुण किते ना किते जे पंजाब दी गल देखी जाए, शायद की उम्मीद रखते हैं
ਹੁਣ ਕਾਫੀ ਜਿਹੜੀਆਂ ਕਹਿ ਸਕਦੇ ਆ ਪੋਲੀਟੀਕਲ ਪਾਰਟੀਆਂ ਇੱਦਾਂ ਦੀਆਂ ਹੋ ਚੁੱਕੀਆਂ ਜਿਨ੍ਹਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰ ਦਿੱਤਾ ਗਿਆ ਆ। ਲੱਗਦਾ ਹੈ ਮੁੜ ਪੰਜਾਬ ਆ ਜਿਹੜਾ ਸਾਨੂੰ ਸੱਭਿਆਚਾਰਕ ਪੰਜਾਬ ਵਾਪਸ ਮਿਲ ਸਕਦਾ? ਦੇਖੋ, ਜਿਹੜੀ ਹਰ ਕਿਸੇ ਸਰਜ਼ਮੀਂ ਦੀ ਜਿਹੜੀ ਵਾਗਡੋਰ ਹੁੰਦੀ ਹੈ ਉਹ ਨੌਜਵਾਨਾਂ ਦੇ ਹੱਥ ਹੁੰਦੀ ਹੈ। ਇਹਦੇ ਵਿੱਚ ਕੋਈ ਪਾਰਟੀ ਦਾ ਵਿੱਚ ਕੋਈ ਰੋਲ ਨਹੀਂ ਹੁੰਦਾ, ਕਿਉਂਕਿ ਪਾਰਟੀਸ ਵੀ ਨੌਜਵਾਨਾਂ ਦੀ ਨੀਂਹ ਦੇ ਉੱਤੇ ਖੜੀ ਹੁੰਦੀ ਹੈ। ਜੇਕਰ ਅੱਜ ਸਾਡੇ ਨੌਜਵਾਨ ਇਸ ਗੱਲ ਨੂੰ ਜ਼ਹਿਨ ਦੇ ਵਿੱਚ ਬਿਠਾ ਲੈਣ ਕਿ ਅਸੀਂ ਪੰਜਾਬ ਨੂੰ ਪਹਿਲੇ ਵਾਲਾ ਖੁਸ਼ਹਾਲ ਪੰਜਾਬ ਬਣਾਉਣਾ, ਤਾਂ ਇਹ ਦੇਖੋ ਸੁਨਹਿਰੀ ਦੌਰ ਦੂਰ ਨਹੀਂ, ਇਹ ਗੋਲਡਨ ਡੇਜ਼ ਦੂਰ ਨਹੀਂ ਕਿ ਪੰਜਾਬ ਉਹੀ ਹੱਸਦਾ ਵਸਦਾ। ਜਦ ਵੇਖੋ ਆ ਹੁਣ ਅੱਗੋਂ ਸਮਾਂ ਆਉਣ ਵਾਲਾ, ਵਿਸਾਖੀ ਵੀ ਆਉਣ ਵਾਲੀ ਹੈ, ਬੜੇ ਪੰਜਾਬ ਦੇ ਵਿੱਚ ਮੇਲੇ ਲੱਗਦੇ ਸੀ ਪਹਿਲੇ, ਕਿੱਡੇ ਕਿੱਡੇ ਸ਼ਾਇਰ ਫਨਕਾਰ ਹੁੰਦੇ ਸੀ, ਅੱਜ ਵੀ ਉਹ ਚੀਜ਼ਾਂ ਹੋ ਸਕਦੀਆਂ। ਇਹ ਸਾਡੇ ਯੂਥ ਦੇ ਹੱਥ ਹੈ ਕਿ ਸਾਡਾ ਯੂਥ ਆਪਣੀ ਸਰਜ਼ਮੀਂ ਦੇ ਨਾਲ ਕਿੰਨਾ ਜ਼ਿਆਦਾ ਪਿਆਰ ਕਰੇਗਾ, ਕਿੰਨਾ ਜੁੜੇਗਾ, ਇਹ ਸਾਡੇ ਹੱਥ ਹੈ। ਕਿਸੇ ਪਾਰਟੀ ਦਾ ਵਿੱਚ ਕੋਈ ਰੋਲ ਨਹੀਂ, ਪਾਰਟੀ ਦੀ ਕੀ ਇਹਦੇ ਵਿੱਚ ਕੋਈ ਸ਼ਖਸੀਅਤ ਨਹੀਂ, ਮਾਇਨੇ ਨਹੀਂ ਰੱਖਦੀ। ਅੱਛਾ, ਉਮੀਦ ਰੱਖਦੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਵਰਗੇ ਪੁੱਤਰ ਘਰ ਹੋਣਗੇ? ਜੀ ਬਿਲਕੁਲ ਜੀ। ਪੰਜਾਬ ਦੀ ਮੁੱਢ ਤੋਂ ਹੀ ਧਰਤੀ ਜਿਹੜਾ ਹੈ ਸਾਡਾ ਮਾਝੇ ਦਾ ਇਲਾਕਾ, ਜਿੱਥੇ ਅਸੀਂ ਬੈਠੇ ਹਾਂ ਜੀ, ਮਾਝੇ ਦਾ ਇਲਾਕਾ ਸ਼ੁਰੂ ਤੋਂ ਹੀ ਜੰਗਾਂ ਯੁੱਧਾਂ ਦੇ ਵਿੱਚ ਰਿਹਾ। ਅਤੇ ਮਾਝੇ ਦੇ ਲੋਕ ਇੰਨੇ ਅਣਖੀ ਆ ਕਿ ਜਦ ਇੱਕ ਦਫਾ ਮੂੰਹ ਦੇ ਵਿੱਚੋਂ ਜ਼ੁਬਾਨ ਕੱਢਦੇ ਆ ਤਾਂ ਫਿਰ ਸਿਕੰਦਰ ਨੂੰ ਵੀ ਪਿੱਛੇ ਜਾਣਾ ਪੈਂਦਾ ਆਪਣੇ ਮੁਲਕ ਦੇ ਵਿੱਚ। ਜਿੱਦਾਂ ਪੌਰਸ ਨੇ ਕਿੰਨੀ ਵਾਰੀ ਉਸ ਨੂੰ ਢਾਹ ਲਾਈ ਅਤੇ ਉਸ ਨੂੰ ਹਰਾਇਆ, ਅਤੇ ਇਹ ਉਹ ਪੰਜਾਬ ਹੈ ਜਿਸ ਨੇ ਸਿਕੰਦਰ ਵਰਗੇ ਭਜਾਏ ਆ, ਜਿਹਨੇ ਅਹਿਮਦ ਸ਼ਾਹ ਅਬਦਾਲੀ ਵਰਗੇ ਭਜਾਏ, ਜਿਹਨੇ ਨਾਦਰ ਸ਼ਾਹ ਵਰਗੇ ਭਜਾਏ। ਜੇਕਰ ਤੁਸੀਂ ਪਿੱਛੇ ਦਾ ਪੰਜਾਬ ਦਾ ਇਤਿਹਾਸ ਪੜ੍ਹੋ ਕਿ ਜਿਹੜਾ ਵੀ ਦਿੱਲੀ 'ਤੇ ਬਾਦਸ਼ਾਹ ਬੈਠਾ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ, ਜਿਹੜਾ ਵੀ ਦਿੱਲੀ 'ਤੇ ਪਹਿਲਾਂ ਬਾਦਸ਼ਾਹ ਬਹਿੰਦਾ ਸੀ, ਅਸੀਂ ਸ਼ਾਹ ਆਲਮ ਦੀ ਗੱਲ ਕਰ ਰਹੀਏ 1860 ਦੇ ਵਿੱਚ, ਜਦੋਂ ਜਰਨੈਲ ਅਖਤਰ ਲੋਨੀ ਆਇਆ, ਅਤੇ ਉਸ ਸਮੇਂ ਬਾਬਾ ਬਘੇਲ ਸਿੰਘ ਜੀ ਇਕੱਲੇ ਹੀ ਜਾਂਦੇ ਸੀ ਘੋੜੇ 'ਤੇ, ਅਤੇ ਉਸ ਤੋਂ ਟੈਕਸ ਲੈ ਕੇ ਆ ਜਾਂਦੇ ਸੀ। ਦੇਖੋ ਕਿੱਡੀ ਸੂਰਮੇ ਬਹਾਦਰ ਸੀ ਜਿਹੜਾ ਬਾਦਸ਼ਾਹ ਬਹਾਦਰ, ਉਹ 22 ਸੂਬਿਆਂ ਦਾ ਬਾਦਸ਼ਾਹ ਹਿੰਦੁਸਤਾਨ ਦੇ, ਅਤੇ ਪਰ ਬਾਬਾ ਜੀ ਇੱਧਰੋਂ ਇਕੱਲੇ ਸਿੰਘ ਜਾਂਦੇ ਸੀ ਅਤੇ ਟੈਕਸ ਲੈ ਕੇ ਆ ਜਾਂਦੇ ਸੀ, ਕਿਉਂਕਿ ਉਸ ਸਮੇਂ ਸਿੰਘਾਂ ਦਾ ਜਿਹੜਾ ਚੱਲਦਾ ਸੀ ਰੋਟੀ ਪਾਣੀ ਉਹ ਇਸ ਤਰ੍ਹਾਂ ਹੀ ਚੱਲਦਾ ਸੀ। ਅਤੇ ਇਸ ਕਰਕੇ ਪੰਜਾਬ ਤਾਂ ਉਹ ਧਰਤੀ ਹੈ ਜਿਹੜੀ ਸੂਰਬੀਰ ਬਹਾਦਰਾਂ ਨੂੰ ਪੈਦਾ ਕਰਦੀ ਹੈ। ਇਸ ਧਰਤੀ 'ਤੇ ਸੂਰਬੀਰ ਬਹਾਦਰਾਂ ਤੋਂ ਇਲਾਵਾ ਕੋਈ ਪੈਦਾ ਹੋ ਹੀ ਨਹੀਂ ਸਕਦਾ। ਤੇ ਅੱਛਾ ਮਨਪ੍ਰੀਤ, ਜਿਵੇਂ ਤੁਸੀਂ ਆਪਣੇ ਕਹਿ ਸਕਦੇ ਹਾਂ ਉਸਤਾਦ ਜਾਂ ਹੋਰ ਵੀ ਜਿਵੇਂ ਤੁਸੀਂ ਦੱਸਿਆ ਕਾਫੀ ਨੇ ਜਿਨ੍ਹਾਂ ਕੋਲੋਂ ਤੁਸੀਂ ਇਹ ਸਿੱਖਿਆ ਪ੍ਰਾਪਤ ਕੀਤੀ, ਤਾਂ ਕਾਫੀ ਸੁਣਨ 'ਚ ਆਇਆ ਕਿ ਤੁਸੀਂ ਇਹ ਸਿੱਖਿਆ ਅੱਗੇ ਵੀ ਬੱਚਿਆਂ ਨੂੰ ਦਿੰਦੇ ਹੋ ਮੁਫਤ ਦੇ ਵਿੱਚ। ਜੀ ਮੈਂ ਇਹ ਜਿਹੜੀ ਸਿੱਖਿਆ ਮੈਂ ਉਪਰਾਲਾ ਕਰ ਰਿਹਾ ਆਪਣੇ YouTube ਦੇ ਰਾਹੀਂ ਵੀ, ਆਪਣੇ Instagram ਦੇ ਰਾਹੀਂ ਵੀ, ਕੁਝ ਸ਼ੇਅਰ ਸਟੋਰੀਜ਼ ਦੇ ਵਿੱਚ ਪਾ ਦਈਦੇ, ਮੈਂ ਬੋਲ ਕੇ ਹਰ ਰੋਜ਼ ਪਾਉਣਾ ਸਟੋਰੀਜ਼ ਦੇ ਵਿੱਚ, ਤਾਂ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਰਦੂ ਭਾਸ਼ਾ ਅਲੋਪ ਹੁੰਦੀ ਜਾ ਰਹੀ ਹੈ। ਇਹ ਕਿਉਂਕਿ ਨੌਜਵਾਨ ਅੱਜ ਕੱਲ੍ਹ ਦੇ ਸੋਚਦੇ ਕਿ ਇਹ ਭਾਸ਼ਾ ਸਿਰਫ ਮੁਸਲਮਾਨਾਂ ਦੀ ਹੈ, ਅਤੇ ਇਹ ਸਿਰਫ ਭਾਸ਼ਾ ਲਹਿੰਦੇ ਪੰਜਾਬ ਦੀ ਹੈ, ਜਾਂ ਕਿ ਨਾ ਕਿ ਪਾਕਿਸਤਾਨ ਦੀ ਹੈ। ਪਰ ਉਹਨਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਕਿ ਜਿਹੜੀ ਭਾਸ਼ਾ ਅਸੀਂ ਛੱਡ ਚੁੱਕੇ ਹਾਂ ਉਹੀ ਭਾਸ਼ਾ ਸਾਡੇ ਦਾਦੇ ਪੜਦਾਦੇ ਪੁਰਖਿਆਂ ਦੀ ਭਾਸ਼ਾ ਵਾ, ਇਹ ਸਾਡੇ ਪੁਰਖਿਆਂ ਦੀ ਭਾਸ਼ਾ। ਜਦੋਂ ਬੰਦਾ ਆਪਣੇ ਪੁਰਖਿਆਂ ਦੀ ਜਿਹੜੀ ਸੱਭਿਆਚਾਰ ਨਾਲ ਜੁੜਦਾ ਤੇ ਫਿਰ ਪੰਜਾਬ ਜਿਹੜਾ ਉਹੀ ਮੁੜ ਸਟਰੋਂਗ ਪੰਜਾਬ ਬਣਦਾ, ਤੇ ਇਹਦੀ ਜਿਹੜੀਆਂ ਨੀਹਾਂ ਦੀ ਮਜ਼ਬੂਤੀ ਹੈ ਉਹ ਉਹਦੇ ਸੱਭਿਆਚਾਰ ਦੇ ਉੱਤੇ ਟਿਕੀ ਹੈ। ਤੇ ਉਰਦੂ ਜਿਹੜੀ ਸਿਖਾਉਣੀ ਹੈ, ਤੇ ਮੈਂ ਇਹੀ ਜਿਹੜਾ ਗੋਲ ਲੈ ਕੇ ਚੱਲਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀ ਪੀੜ੍ਹੀ ਇਸ ਨੂੰ ਦੇਖੇ, ਸਾਡੇ ਤੋਂ ਥੋੜ੍ਹਾ ਮੋਟੀਵੇਟ ਹੋਵੇ। ਅਸੀਂ ਇਹ ਉਪਰਾਲਾ ਕੀਤਾ ਇੰਸਟਾਗ੍ਰਾਮ 'ਤੇ, ਉਹ ਆਈਡੀ 'ਤੇ ਰੋਜ਼ ਇੰਸਟਾਗ੍ਰਾਮ 'ਤੇ ਆਈਡੀ ਆਪਣੀ @ਮਨਪ੍ਰੀਤ ਸਿੰਘ ਵਿਰਕ ਹੈ, ਅਤੇ ਉਸ ਤਰ੍ਹਾਂ ਆਪਣਾ ਜਿਹੜਾ ਨਾਮ ਮੇਰੇ ਉਸਤਾਦ ਨੇ ਮੈਨੂੰ ਦਿੱਤਾ ਸੀ ਤਖੱਲਸ, ਇੱਕ ਸ਼ਾਇਰ ਦਾ ਨਾਂ ਹੁੰਦਾ, ਉਹ ਮੈਨੂੰ ਗੋਹਰ ਦਿੱਤਾ ਸੀ ਉਹਨਾਂ ਨੇ, ਕਿ ਗੋਹਰ ਇੱਕ ਮੋਤੀ, ਸੁੱਚੇ ਮੋਤੀ ਨੂੰ ਕਹਿੰਦੇ ਆ। ਅਤੇ ਉਸ ਆਈਡੀ 'ਤੇ @ਮਨਪ੍ਰੀਤ ਸਿੰਘ ਵਿਰਕ ਹੈ, ਅਤੇ ਜਦੋਂ ਸਰਚ ਕਰੋਗੇ ਜੇਕਰ ਗੋਹਰ ਵੀ ਲਿਖ ਦੋਗੇ ਤਾਂ ਵੀ ਸ਼ੋ ਹੋ ਜਾਏਗੀ। ਹਰ ਰੋਜ਼ ਸਟੋਰੀ ਉਰਦੂ ਦੀ ਪਾਈ ਦੀ ਹੈ, ਤਾਂ ਕਿ ਜਿਹੜੇ ਸਾਡੇ ਆਉਣ ਵਾਲੀ ਪੀੜ੍ਹੀ ਹੈ 21ਵੀਂ ਸਦੀ ਦੀ, ਉਹ ਉਰਦੂ ਦੇ ਲਫ਼ਜ਼ਾਂ ਨੂੰ ਦੇਖੇ, ਉਰਦੂ ਦੇ ਲਫ਼ਜ਼ਾਂ ਨੂੰ ਦੇਖਦੇ ਆਪਣੇ ਮਨ 'ਚ ਬਿਠਾਵੇ ਕਿ ਇਹ ਭਾਸ਼ਾ ਕਿਸੇ ਗੈਰ ਮੁਲਕ ਦੀ ਨਹੀਂ, ਇਹ ਤਾਂ ਸਾਡੇ ਆਪਣੇ ਪੰਜਾਬ ਦੀ ਹੈ। ਸੋ ਮੈਂ ਇਹੀ ਅਰਜ਼ ਕਰਦਾ ਕਿ ਜਿਹੜੀ ਭਾਸ਼ਾ ਨੂੰ ਅਸੀਂ ਬਹੁਤ ਔਖੀ ਸਮਝਦੇ ਹਾਂ, ਉਹ ਭਾਸ਼ਾ ਔਖੀ ਨਹੀਂ, ਉਹ ਤਾਂ ਸਾਡੀ ਆਪਣੀ ਭਾਸ਼ਾ ਹੈ, ਅਤੇ ਇਸ ਭਾਸ਼ਾ ਨੂੰ ਆਪਣਾ ਲੈ ਕੇ ਹੀ ਚੱਲਣਾ ਚਾਹੀਦਾ। ਅਤੇ ਮੈਂ ਇਹੀ ਤੁਹਾਡੇ ਚੈਨਲ ਲਈ
ਬਹੁਤ ਜ਼ਿਆਦਾ ਬੇਨਤੀ ਕਰਾਂਗਾ ਤੇ ਬਹੁਤ ਮੈਂ ਸ਼ੁਕਰਾਨਾ ਕਰਾਂਗਾ ਤੁਹਾਡਾ, ਥੈਂਕਸ ਕਰਾਂਗਾ ਕਿ ਤੁਸੀਂ ਆਏ ਹੋ। ਇਸ ਭਾਸ਼ਾ ਨੂੰ ਤੁਸੀਂ ਮੋਟੀਵੇਟ ਕਰਨ ਦੇ ਲਈ ਉਪਰਾਲਾ ਚੁੱਕਿਆ ਤੇ ਅੱਗੋਂ ਵੀ ਤੁਸੀਂ ਇਸ ਤਰ੍ਹਾਂ ਮੋਟੀਵੇਟ ਕਰਦੇ ਰਹੋ ਤਾਂ ਕਿ ਆਪਣੇ ਪੰਜਾਬੀਆਂ ਨੂੰ ਪਤਾ ਚੱਲ ਸਕੇ ਕਿ ਸਾਡੀ ਜਿਹੜੀ ਉਰਦੂ ਭਾਸ਼ਾ ਹੈ ਬੜੀ ਕਮਾਲ ਦੀ ਹੈ, ਜਿਸ ਤਰ੍ਹਾਂ ਆਪਣੀ ਪੰਜਾਬੀ ਹੈ। ਜੀ ਧੰਨਵਾਦ। ਤਾਂ ਇਹ ਸੀ ਕਿ ਸਾਡੇ ਨਾਲ ਮਨਪ੍ਰੀਤ ਸਿੰਘ, ਜਿਨ੍ਹਾਂ ਇੱਕ ਨਾਮ ਦਿੱਤਾ ਗਿਆ ਸ਼ਾਇਰ ਦਾ ਨਾਮ ਹੁੰਦਾ ਗੋਹਰ। ਤਾਂ ਬੜੀ ਵੱਡੀ ਗੱਲ ਹੈ, ਉਪਰਾਲਾ ਕੀਤਾ ਜਾ ਰਿਹਾ ਆ ਆਨਲਾਈਨ, ਕਹਿ ਸਕਦੇ ਹਾਂ ਇੰਸਟਾਗ੍ਰਾਮ ਜਾਂ YouTube ਵੱਲੋਂ ਬੱਚਿਆਂ ਨੂੰ ਜਾਂ ਕੋਈ ਵੀ ਜੋ ਦੇਖਦੇ ਨੇ ਉਹਨਾਂ ਵਾਸਤੇ ਇੱਕ ਉਰਦੂ ਸਿੱਖਣ ਦਾ ਮੌਕਾ ਮਿਲ ਰਿਹਾ। ਤਾਂ ਜ਼ਰੂਰ ਜੋ ਆਈਡੀ ਦਾ ਨਾਮ ਦੱਸਿਆ ਤੁਸੀਂ ਸਿੱਖ ਸਕਦੇ ਹੋ, ਤਾਂ ਬੜੀ ਵੱਡੀ ਗੱਲ ਹੈ, ਕਿਉਂਕਿ ਸਭ ਦੇ ਮਨ ਦੇ ਵਿੱਚ ਇੱਕ ਭੁਲੇਖਾ ਸੀਗਾ ਕਿ ਜਿਹੜੀ ਇੱਕ ਉਰਦੂ ਜਾਂ ਫਾਰਸੀ ਦੀ ਜੇ ਗੱਲ ਕਰੀਏ ਇਹ ਭਾਸ਼ਾ ਸਿਰਫ ਮੁਸਲਮਾਨਾਂ ਵਾਸਤੇ ਬਣੀ ਆ, ਪਰ ਨਹੀਂ। ਗੱਲ ਕੀਤੀ ਜਾਵੇ ਸਾਡੇ ਗੁਰੂਆਂ ਦੀ ਜਾਂ ਉਸ ਤੋਂ ਪਹਿਲਾਂ ਲਹਿੰਦੇ ਪੰਜਾਬ, ਚੜ੍ਹਦੇ ਪੰਜਾਬ ਦੀ ਜੇ ਗੱਲ ਕਰੀਏ ਇਹ ਭਾਸ਼ਾ ਵਰਤੀ ਜਾਂਦੀ ਸੀ। ਬਕਾਇਦਾ ਜੇ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਜਿਹੜਾ ਜ਼ਫਰਨਾਮਾ ਲਿਖਿਆ ਗਿਆ ਸੀ ਔਰੰਗਜ਼ੇਬ ਨੂੰ, ਤਾਂ ਉਹ ਵੀ ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ। ਤਾਂ ਬਹੁਤ ਵੱਡੀ ਗੱਲ ਆ, ਬੜਾ ਮਾਣ ਮਹਿਸੂਸ ਹੁੰਦਾ ਜਦੋਂ ਇੱਦਾਂ ਦੇ ਨੌਜਵਾਨ ਆਪਣੇ ਕਹਿ ਸਕਦੇ ਹਾਂ ਸੱਭਿਆਚਾਰ ਨੂੰ ਕਾਇਮ ਕਰ ਰਹੇ ਆ। ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ, ਕੋਈ ਆਪਾਂ ਫਰਕ ਨਹੀਂ ਜਾਣਾਂਗੇ ਇਸ ਭਾਸ਼ਾ ਨੂੰ ਲੈ ਕੇ, ਕਿਉਂਕਿ ਇਸ ਭਾਸ਼ਾ ਨੇ ਕਹਿ ਸਕਦੇ ਹਾਂ ਕਿ ਸਾਡੇ ਗੁਰੂਆਂ ਤੋਂ ਸ਼ੁਰੂਆਤ ਕੀਤੀ ਹੋਈ ਆ ਤੇ ਸਾਨੂੰ ਵੀ ਇਸ ਭਾਸ਼ਾ ਨੂੰ ਕਾਇਮ ਰੱਖਣਾ ਚਾਹੀਦਾ ਹੈ। ਜੁੜੇ ਰਹੋ ਜਸ ਟੀਵੀ ਦੇ ਨਾਲ। ਮੈਂ ਸਿਮਰਦੀਪ ਸਿੰਘ, ਅੰਮ੍ਰਿਤਸਰ।